ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਔਰਤਾਂ ਵਿਰੁੱਧ ਵੱਧ ਰਹੀਆਂ ਅਪਰਾਧਕ ਘਟਨਾਵਾਂ ਬਾਰੇ। ਜੀ ਹਾਂ ਦੋਸਤੋ, ਜਿਵੇਂ ਕਿ ਆਪਣੇ ਸਭ ਦੇ ਧਿਆਨ ਦੇ ਵਿੱਚ ਹੀ ਹੈ ਕਿ ਸਾਡੇ ਸਮਾਜ ਦੇ ਵਿੱਚ ਔਰਤਾਂ ਨੂੰ ਇੱਕ ਵਿਸ਼ੇਸ਼ ਸਥਾਨ ਦਿੱਤਾ ਗਿਆ, ਇੱਕ ਵਿਸ਼ੇਸ਼ ਦਰਜਾ ਦਿੱਤਾ ਗਿਆ, ਉਹਨਾਂ ਨੂੰ ਬਹੁਤ ਹੀ ਸਤਿਕਾਰਯੋਗ ਮੰਨਿਆ ਗਿਆ, ਕਿਉਂਕਿ ਔਰਤਾਂ ਹੀ ਇੱਕ ਅਜਿਹੀ ਹਸਤੀ ਕਹਿ ਸਕਦੇ ਹਾਂ ਜਾਂ ਔਰਤ ਇੱਕ ਅਜਿਹੀ ਸ਼ਖਸੀਅਤ ਹੈ ਜੋ ਕਿ ਆਪਣੇ ਜੀਵਨ ਦੇ ਵਿੱਚ ਇਕੱਠੇ ਬਹੁਤ ਸਾਰੇ ਕਿਰਦਾਰ ਜਿਹੜੇ ਨੇ ਨਿਭਾਉਂਦੀਆਂ ਨੇ। ਬਹੁਤ ਸਾਰੇ ਵੱਖ-ਵੱਖ ਜਿਹੜੀ ਭੂਮਿਕਾਵਾਂ ਹਰ ਵਿਅਕਤੀ ਦੇ ਜੀਵਨ ਦੇ ਵਿੱਚ ਨਿਭਾਉਂਦੀਆਂ ਨੇ, ਕਿਉਂਕਿ ਹਰ ਬੰਦੇ ਦੇ ਜੀਵਨ 'ਚ ਔਰਤ ਦਾ ਇੱਕ ਵਿਸ਼ੇਸ਼ ਸਥਾਨ ਹੁੰਦਾ ਹੈ, ਕਿਉਂਕਿ ਔਰਤ ਹੀ ਹੈ ਜੋ ਮਾਂ, ਭੈਣ, ਪਤਨੀ, ਇੱਕ ਚੰਗੇ ਦੋਸਤ ਵਜੋਂ ਜਿਹੜਾ ਹੈਗਾ ਆਪਣਾ ਸਾਰੀ ਜ਼ਿੰਦਗੀ ਰਿਸ਼ਤਾ ਜਿਹੜਾ ਹੈਗਾ ਨਿਭਾਉਂਦੀਆਂ ਨੇ। ਚਾਹੇ ਉਹ ਰਿਸ਼ਤਾ ਖੂਨ ਦਾ ਹੋਵੇ, ਚਾਹੇ ਮੂੰਹ ਬੋਲਿਆ ਰਿਸ਼ਤਾ ਹੋਵੇ, ਔਰਤ ਜਿਹੜਾ ਹੈਗਾ ਉਸ ਰਿਸ਼ਤੇ ਨੂੰ ਨਿਭਾਉਣ 'ਚ ਅਕਸਰ ਜਿਹੜਾ ਹੈ ਬਹੁਤ ਹੀ ਕਾਮਯਾਬ ਰਹਿੰਦੀਆਂ ਨੇ ਅਤੇ ਸਫਲ ਰਹਿੰਦੀਆਂ ਨੇ। ਪਰ ਉਸ ਦੇ ਬਾਵਜੂਦ ਜਿਹੜਾ ਹੈਗਾ ਸਾਡੇ ਸਮਾਜ ਦੇ ਵਿੱਚ ਜਿਹੜਾ ਔਰਤਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਔਰਤਾਂ ਦੇ ਹੱਕ ਕੁਚਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰਤਾਂ ਨੂੰ ਜਿਹੜਾ ਹੈਗਾ ਅੱਜ ਵੀ 21ਵੀਂ ਸਦੀ ਦੇ ਵਿੱਚ ਵੀ ਜਿਹੜਾ ਹੈਗਾ ਘਰਾਂ 'ਚ ਬਿਠਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ, ਅਤੇ ਇਸ ਤੋਂ ਇਲਾਵਾ ਵੀ ਔਰਤਾਂ 'ਤੇ ਲਗਾਤਾਰ ਅੱਤਿਆਚਾਰ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ, ਜਿਸ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ, ਜੋ ਕਿ ਬਹੁਤ ਹੀ ਮੰਦਭਾਗੀ ਹੈ। ਵੀ ਕਿ ਅੱਜ ਜਦੋਂ ਸਾਡਾ ਦੇਸ਼ 21ਵੀਂ ਸਦੀ ਦੇ ਵਿੱਚ ਗੁਜ਼ਰ ਰਿਹਾ, ਜਦੋਂ ਸਮਾਜ ਦੇ ਵਿੱਚ ਔਰਤਾਂ ਨੂੰ ਅਤੇ ਮਰਦਾਂ ਨੂੰ ਇੱਕ ਬਰਾਬਰ ਸਥਾਨ ਦਿੱਤਾ ਗਿਆ, ਉਸ ਦੇ ਬਾਵਜੂਦ ਅਜਿਹੀ ਘਟਨਾਵਾਂ ਵਾਪਰਨਾ ਬਹੁਤ ਹੀ ਮੰਦਭਾਗੀਆਂ ਨੇ, ਜੋ ਕਿ ਸਾਰਿਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਨੇ। ਅਤੇ ਸਭ ਨੂੰ ਇਸ ਬਾਰੇ ਸੋਚਣ ਦੀ ਲੋੜ ਹੈ, ਵਿਚਾਰ ਕਰਨ ਦੀ ਲੋੜ ਹੈ ਵੀ ਕਿ ਅਜਿਹੀ ਘਟਨਾਵਾਂ ਕਿਉਂ ਵਾਪਰ ਰਹੀਆਂ ਨੇ, ਇਸ ਦੇ ਪਿੱਛੇ ਕੀ ਕਾਰਨ ਨੇ, ਕੀ ਜਿਹੜਾ ਹੈਗਾ ਅਸਲ ਮੰਤਵ ਰਹਿ ਰਿਹਾ ਇਹਨਾਂ ਘਟਨਾਵਾਂ ਦਾ, ਇਸ ਬਾਰੇ ਸਭ ਨੂੰ ਸੋਚਣ ਦੀ ਲੋੜ ਹੈ। ਜੀ ਹਾਂ ਦੋਸਤੋ, ਆਪਾਂ ਸ਼ੁਰੂਆਤ ਜਿਹੜੀ ਹੈ ਕਰਦੇ ਹਾਂ, ਕਿਉਂਕਿ ਪਿਛਲੇ ਦਿਨੀ ਲਖੀਮਪੁਰ ਖੀਰੀ ਦੇ ਵਿੱਚ ਜਿਹੜਾ ਹੈਗਾ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ, ਜਿੱਥੇ 2 ਨਾਬਾਲਗ ਲੜਕੀਆਂ ਨੂੰ ਜਬਰ ਜਨਾਹ ਕਰਕੇ ਮੌਤ ਦੀ ਘਾਟ ਜਿਹੜਾ ਉਤਾਰ ਦਿੱਤਾ ਗਿਆ। ਅਤੇ ਉਹ ਜਿਹੜਾ ਹੈਗਾ ਜਬਰ ਜਨਾਹ ਤੋਂ ਬਾਅਦ ਹੱਤਿਆ ਦਾ ਜਿਹੜਾ ਸਿਲਸਿਲਾ ਸੀਗਾ ਜਾਂ ਹੱਤਿਆ ਕਰਨ ਦਾ ਢੰਗ ਤਰੀਕਾ ਸੀ, ਬਹੁਤ ਹੀ ਜਿਹੜਾ ਸੀ ਬਹੁਤ ਦਰਦਨਾਕ ਸੀਗਾ। ਹਰ ਬੰਦੇ ਦੇ ਦਿਲ ਨੂੰ ਜਿਹੜਾ ਹੈਗਾ ਝੰਜੋੜ ਕੇ ਰੱਖਣ ਵਾਲਾ ਸੀ। ਕਿਵੇਂ ਵੀ ਕਿ 2 ਨਾਬਾਲਿਗ ਲੜਕੀਆਂ ਦਾ ਜਬਰ ਜਨਾਹ ਹੁੰਦਾ ਅਤੇ ਉਸ ਤੋਂ ਬਾਅਦ ਉਹਨਾਂ ਦੀ ਦੋਵਾਂ ਦੀ ਲਾਸ਼ਾਂ ਨੂੰ ਜਿਹੜਾ ਹੈਗਾ ਦਰਖਤ 'ਤੇ ਲਟਕਾ ਦਿੱਤਾ ਜਾਂਦਾ, ਤਾਂ ਜੋ ਲੋਕ ਸੋਚਣ ਵੀ ਕਿ ਇਹਨਾਂ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਅਤੇ ਉੱਥੇ ਦੀ ਪੁਲਿਸ ਵੱਲੋਂ ਵੀ ਜਿਹੜਾ ਹੈਗਾ ਕਾਰਵਾਈ ਸ਼ੁਰੂਆਤੀ ਤੌਰ 'ਤੇ ਅਜਿਹੀ ਕੀਤੀ ਗਈ ਵੀ ਕਿ ਉਹਨਾਂ ਵੱਲੋਂ ਇਸ ਘਟਨਾ ਨੂੰ ਵੱਖ-ਵੱਖ ਢੰਗ ਤਰੀਕਿਆਂ ਨਾਲ ਜਿਹੜਾ ਹੈਗਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਜਦੋਂ ਉੱਥੇ ਦੇ ਲੋਕਾਂ ਵੱਲੋਂ ਜਿਹੜਾ ਹੈਗਾ ਵਿਰੋਧ ਕੀਤਾ ਗਿਆ ਵੀ ਕਿ ਇਹ ਕੋਈ ਖੁਦਕੁਸ਼ੀ ਦੀ ਘਟਨਾ ਨਹੀਂ ਹੈ, ਇਹ ਲੜਕੀਆਂ ਨਾਲ ਮੰਦਭਾਗੀ ਘਟਨਾ ਵਾਪਰੀ ਹੈ, ਉਹਨਾਂ ਨਾਲ ਜਬਰ ਜਨਾਹ ਕੀਤਾ ਗਿਆ, ਉਸ ਤੋਂ ਬਾਅਦ ਜਿਹੜਾ ਹੈ ਦੋਵਾਂ ਦੀ ਹੱਤਿਆ ਕੀਤੀ ਗਈ ਹੈ। ਜਦੋਂ ਲੋਕਾਂ ਨੇ ਇੱਕ ਦਬਾਅ ਬਣਾਇਆ ਉੱਥੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ 'ਤੇ, ਉਸ ਤੋਂ ਬਾਅਦ ਜਿਹੜਾ ਪੁਲਿਸ ਪ੍ਰਸ਼ਾਸਨ, ਜਿਵੇਂ ਲੋਕ ਕਹਿ ਰਹੇ ਨੇ, ਜਿਵੇਂ ਪਰਿਵਾਰਕ ਮੈਂਬਰ ਕਹਿ ਰਹੇ ਨੇ, ਉਸੇ ਤਰ੍ਹਾਂ ਜਾਂਚ ਨੂੰ ਅੱਗੇ ਵਧਾ ਰਹੇ ਨੇ, ਕਿਉਂਕਿ ਉਹ ਸਭ ਨੂੰ ਹੀ ਦਿਖ ਰਿਹਾ ਸੀਗਾ, ਪਹਿਲੀ ਨਜ਼ਰ ਦੇ ਵਿੱਚ ਸਭ ਤੋਂ ਸਪਸ਼ਟ ਆ ਰਿਹਾ ਸੀਗਾ ਦੋਵੇਂ ਲੜਕੀਆਂ ਨਾਬਾਲਿਗ ਸੀਗੀਆਂ ਅਤੇ ਉਹਨਾਂ ਨਾਲ ਕਿਵੇਂ ਜਬਰ ਜਨਾਹ ਕਰਕੇ ਜਿਹੜਾ ਹੈਗਾ ਉਹਨਾਂ ਦੀ ਲਾਸ਼ਾਂ ਨੂੰ ਦਰਖਤ 'ਤੇ ਜਿਹੜਾ ਹੈਗਾ ਲਟਕਾਇਆ ਗਿਆ। ਉਸ ਤੋਂ ਸਾਫ਼ ਪਤਾ ਲੱਗ ਰਿਹਾ ਸੀ ਇਹ ਖੁਦਕੁਸ਼ੀ ਦੀ ਘਟਨਾ ਨਹੀਂ ਹੈ, ਇਹ ਜਿਹੜੀ ਹੈ ਜਬਰ ਜਨਾਹ ਤੋਂ ਬਾਅਦ ਹੱਤਿਆ ਕਰਕੇ ਜਿਹੜਾ ਹੈਗਾ ਉਹਨਾਂ ਦੀ ਲਾਸ਼ਾਂ ਨੂੰ ਲਟਕਾਇਆ ਗਿਆ। ਪਰ ਸਾਡਾ ਪੁਲਿਸ ਪ੍ਰਸ਼ਾਸਨ ਜਿਹੜਾ ਉੱਥੇ ਦਾ ਸਹੀ ਕਾਰਵਾਈ ਨਹੀਂ ਕਰ ਰਿਹਾ ਸੀ। ਇਹ ਕੋਈ ਇੱਕ ਘਟਨਾ ਨਹੀਂ ਹੈ, ਕਿਉਂਕਿ ਲਖੀਮਪੁਰ ਖੀਰੀ ਜੋ ਕਿ ਉੱਤਰ ਪ੍ਰਦੇਸ਼ ਦਾ ਜਿਹੜਾ ਹੈਗਾ ਇੱਕ ਕਸਬਾ ਕਹਿ ਸਕਦੇ ਹਾਂ, ਇੱਕ ਸ਼ਹਿਰ ਕਹਿ ਸਕਦੇ ਹਾਂ, ਇਸੇ ਤਰ੍ਹਾਂ ਦੀ ਹੋਰ ਘਟਨਾਵਾਂ ਸਾਡੇ ਭਾਰਤ ਦੇਸ਼ 'ਚ ਬਹੁਤ ਵੱਡੀ ਗਿਣਤੀ 'ਚ ਵਾਪਰ ਰਹੀਆਂ ਨੇ। ਜੇ ਉੱਤਰ ਪ੍ਰਦੇਸ਼ ਦੀ ਗੱਲ ਕਰੀਏ, ਉੱਤਰ ਪ੍ਰਦੇਸ਼ 'ਚ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੀ ਮੰਦਭਾਗੀ ਦਰਦਨਾਕ ਘਟਨਾਵਾਂ ਵਾਪਰੀਆਂ ਨੇ। ਜੇ ਉਹਨਾਂ ਨੂੰ ਗਿਣਨਾ ਸ਼ੁਰੂ ਕਰੀਏ ਤਾਂ ਉਹਨਾਂ ਦੀ ਗਿਣਤੀ ਬਹੁਤ ਵੱਡੀ ਹੈ, ਅਤੇ ਗਿਣਦੇ ਜਿਹੜਾ ਹੈਗਾ ਸਾਨੂੰ ਸਰਕਾਰ ਦੀ ਅਤੇ ਪੁਲਿਸ ਦੀ ਕਾਰਗੁਜ਼ਾਰੀ ਵੀ ਸਭ ਦੇ ਸਾਹਮਣੇ ਆਏਗੀ, ਅਤੇ ਉੱਥੇ ਦੇ ਲੋਕਾਂ ਦੀ ਕੀ ਮਾਨਸਿਕਤਾ ਹੈ, ਕਿਸ ਤਰ੍ਹਾਂ ਦੇ ਉੱਥੇ ਲੋਕ ਸੋਚਦੇ ਨੇ ਜਾਂ ਕਿਸ ਤਰ੍ਹਾਂ ਦੀ ਵਿਚਾਰਧਾਰਾ ਨਾਲ ਅਜਿਹੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ, ਉਹ ਸਭ ਦੇ ਸਾਹਮਣੇ ਹੋਏਗਾ। ਪਰ ਉਹ ਬਹੁਤ ਲੰਬਾ ਹੋ ਜਾਏਗਾ, ਇਸ ਲਈ ਅਸੀਂ ਬਹੁਤੇ ਉਸ 'ਚ ਪੂਰੀ ਜਾਣਕਾਰੀ 'ਚ ਨਾ ਜਾਂਦੇ ਹੋਏ ਇਹੀ ਦੱਸਾਂਗੇ ਵੀ ਕਿ ਉੱਤਰ ਪ੍ਰਦੇਸ਼ ਦੇ ਨਾਲ ਨਾਲ ਦੇਸ਼ ਦੇ ਹੋਰਨਾਂ ਸੂਬਿਆਂ ਦੇ ਵਿੱਚ ਵੀ ਲਗਾਤਾਰ ਅਜਿਹੀ ਦਰਦਨਾਕ ਘਟਨਾਵਾਂ ਜਿਹੜੀਆਂ ਨੇ ਵਾਪਰਦੀਆਂ ਜਾ ਰਹੀਆਂ ਨੇ। ਨਜ਼ਰ ਮਾਰੀਏ ਤਾਂ ਪਿਛਲੇ ਸਮੇਂ ਦੇ ਵਿੱਚ ਔਰਤਾਂ 'ਤੇ ਲਗਾਤਾਰ ਅੱਤਿਆਚਾਰ ਵੱਧ ਰਿਹਾ, ਉਹਨਾਂ ਨਾਲ ਅਜਿਹੀ ਦਰਦਨਾਕ ਘਟਨਾਵਾਂ ਵਾਪਰ ਰਹੀਆਂ ਨੇ। ਸਾਡੀਆਂ ਚਾਹੇ ਉਹ ਕੇਂਦਰ ਸਰਕਾਰ ਹੋਵੇ, ਸੂਬਾ ਸਰਕਾਰਾਂ ਹੋਣ, ਚਾਹੇ ਸਾਡਾ
ਪੁਲਿਸ ਪ੍ਰਸ਼ਾਸਨ ਵੀ ਅਜਿਹੀ ਘਟਨਾਵਾਂ ਨੂੰ ਰੋਕਣ 'ਚ ਜਿਹੜਾ ਹੈਗਾ ਕਾਮਯਾਬ ਨਹੀਂ ਹੋ ਪਾ ਰਿਹਾ। ਚਾਹੇ ਕੇਂਦਰ ਸਰਕਾਰ ਵੱਲੋਂ ਕਿਸੇ ਸਮੇਂ ਇੱਕ ਨਾਅਰਾ ਦਿੱਤਾ ਗਿਆ ਸੀ ਬੇਟੀ ਪੜ੍ਹਾਓ ਬੇਟੀ ਬਚਾਓ ਦਾ, ਪਰ ਉਸ 'ਤੇ ਵੀ ਉਸ ਢੰਗ ਨਾਲ ਕੰਮ ਨਹੀਂ ਹੋ ਰਿਹਾ ਜਿਵੇਂ ਹੋਣਾ ਚਾਹੀਦਾ ਸੀ। ਉਸ ਤੋਂ ਬਾਅਦ ਜਿਹੜਾ ਹੈਗਾ ਸੂਬਿਆਂ ਸਰਕਾਰਾਂ ਵੱਲੋਂ ਜਿਹੜਾ ਹੈ ਆਪਣੇ ਆਪਣੇ ਪੱਧਰ 'ਤੇ ਕਈ ਤਰ੍ਹਾਂ ਦੀ ਮੁਹਿੰਮਾਂ ਚਲਾਈਆਂ ਗਈਆਂ, ਪਰ ਫਿਰ ਵੀ ਉਹ ਔਰਤਾਂ ਦੀ ਸੁਰੱਖਿਆ ਨੂੰ ਜਿਹੜਾ ਹੈ ਬਹਾਲ ਰੱਖਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਇਸ ਤਰ੍ਹਾਂ ਦੀ ਦਰਦਨਾਕ ਅਤੇ ਭਿਆਨਕ ਘਟਨਾਵਾਂ ਜਿਹੜੀ ਹੈਗੀਆਂ ਬਹੁਤ ਵੱਡੀ ਗਿਣਤੀ 'ਚ ਵਾਪਰ ਰਹੀਆਂ ਨੇ। ਅਤੇ ਨਜ਼ਰ ਮਾਰੀਏ ਤਾਂ ਪਿਛਲੇ ਦਿਨੀ ਇੱਕ NCRB ਨੇ ਰਿਪੋਰਟ ਜਿਹੜੀ ਹੈਗੀ ਜਨਤਕ ਕੀਤੀ ਹੈ। ਉਸ ਰਿਪੋਰਟ ਤੋਂ ਸਾਨੂੰ ਪਤਾ ਲੱਗਦਾ ਵੀ ਕਿ ਭਾਰਤ ਦੇਸ਼ ਦੇ ਵਿੱਚ ਔਰਤਾਂ 'ਤੇ ਅਤਿਆਚਾਰ ਦੀ ਘਟਨਾਵਾਂ ਜਿਹੜੀਆਂ ਨੇ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ। ਦੇਖੀਏ ਤਾਂ ਸਾਲ 2021 ਦਾ ਉਹਨਾਂ ਨੇ ਆંકੜਾ ਦਿੱਤਾ ਕਿਉਂਕਿ ਜਿਸ 'ਚ ਭਾਰਤ ਦੇਸ਼ ਦੇ ਵਿੱਚ ਔਰਤਾਂ ਨਾਲ ਸੰਬੰਧਿਤ ਜਿਹੜੇ ਨੇ 4,28,278 ਮਾਮਲੇ ਜਿਹੜੇ ਨੇ ਪੂਰੇ ਦੇਸ਼ ਦੇ ਵਿੱਚ ਦਰਜ ਕੀਤੇ ਗਏ ਨੇ। ਇਹ ਬਹੁਤ ਵੱਡਾ ਆંકੜਾ ਹੈ ਜੋ ਕਿ ਹਰ ਸਾਲ ਵੱਧਦਾ ਜਾ ਰਿਹਾ, ਅਤੇ 2021 ਦੇ ਵਿੱਚ 4 ਲੱਖ ਜਿਹੜੇ ਨੇ 28,000 ਕੇਸ ਪੁਲਿਸ ਵੱਲੋਂ ਦਰਜ ਕੀਤੇ ਗਏ ਨੇ। ਇਸ ਦੇ ਨਾਲ ਹੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚੋਂ 4,28,000 ਕੇਸਾਂ ਦੇ ਵਿੱਚੋਂ 31,000 ਤੋਂ ਵੱਧ ਕੇਸ 31,677 ਕੇਸ ਅਜਿਹੇ ਨੇ ਜੋ ਕਿ ਉੱਥੇ ਕੀ ਹਨ ਜਬਰ ਜਨਾਹ ਦੇ ਦਰਜ ਕੀਤੇ ਗਏ ਸੀਗੇ ਔਰਤਾਂ 'ਤੇ। ਇਸ ਤਰ੍ਹਾਂ ਦੀ ਜਿਹੜਾ ਦਰਦਨਾਕ ਅਤੇ ਭਿਆਨਕ ਉਹਨਾਂ ਨਾਲ ਘਟਨਾਵਾਂ ਨੂੰ ਅੰਜਾਮ ਦੇਣ ਦੇ ਦਰਜ ਕੀਤੇ ਗਏ ਨੇ ਕਿਉਂਕਿ 4,28,000 ਕੇਸਾਂ 'ਚੋਂ 31,677 ਕੇਸ ਨੇ ਉਹ ਸਿਰਫ ਜਬਰ ਜਨਾਹ ਦੇ ਨੇ। ਅਤੇ ਇਸ ਦੇ ਨਾਲ ਹੀ ਜੇਕਰ ਜਬਰ ਜਨਾਹ ਦੀ ਘਟਨਾਵਾਂ 'ਤੇ ਨਜ਼ਰ ਮਾਰੀਏ ਤਾਂ ਸਾਲ 2020 'ਚ ਇਹ ਆંકੜਾ 28,000 'ਤੇ ਸੀਗਾ, ਅਤੇ ਉਸ ਤੋਂ ਪਹਿਲਾਂ ਜੇ 2019 'ਚ ਨਜ਼ਰ ਮਾਰੀਏ ਤਾਂ ਇਹ ਆંકੜਾ 32,000 ਤੋਂ ਵੱਧ ਜਿਹੜਾ ਸੀਗਾ ਟੱਪਿਆ ਹੋਇਆ ਵੀ ਕਿ ਪੂਰੇ ਦੇਸ਼ 'ਚ 32,000 ਤੋਂ ਵੱਧ ਘਟਨਾਵਾਂ ਜਿਹੜੀਆਂ ਸਾਲ 2019 'ਚ ਵਾਪਰੀਆਂ ਸੀ, ਅਤੇ 2020 'ਚ 28,000 ਇਹ ਗਿਣਤੀ ਪਹੁੰਚ ਗਈ, ਅਤੇ 21 'ਚ ਇਹ ਗਿਣਤੀ ਫਿਰ ਵੱਧ ਕੇ 31,000 ਤੋਂ ਜਿਹੜਾ ਟੱਪ ਚੁੱਕੀ ਹੈ। ਇਸ ਤੋਂ ਪਤਾ ਲੱਗਦਾ ਵੀ ਕਿ ਭਾਰਤ ਦੇਸ਼ ਦੇ ਵਿੱਚ ਜਿਹੜਾ ਹੈ ਅਜਿਹੀ ਘਟਨਾਵਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜਿਹੜਾ ਇਹ 2020 ਦਾ ਆંકੜਾ ਵੀ ਭਾਵੇਂ 2-3 ਹਜ਼ਾਰ ਜਿਹੜਾ ਹੈਗਾ ਘਟਿਆ ਜ਼ਰੂਰ ਹੈ, ਪਰ ਉਸ ਦਾ ਵੀ ਕਾਰਨ ਕਿਤੇ ਨਾ ਕਿਤੇ ਕਰੋਨਾ ਨੂੰ ਮੰਨਿਆ ਜਾ ਰਿਹਾ। ਕਰੋਨਾ ਮਹਾਮਾਰੀ ਕਰਕੇ ਜਿਹੜਾ ਉਸ ਸਮੇਂ ਕਈ ਤਰ੍ਹਾਂ ਦੀ ਪਾਬੰਦੀਆਂ ਲਗਾਈਆਂ ਹੋਈਆਂ ਸੀ, ਉਸ ਦੇ ਬਾਵਜੂਦ 28,000 ਦਾ ਆંકੜਾ ਬਹੁਤ ਹੀ ਮੰਦਭਾਗਾ ਹੈ ਸਾਡੇ ਦੇਸ਼ ਲਈ ਵੀ ਕਿ ਸਾਡੇ ਦੇਸ਼ 'ਚ ਔਰਤਾਂ ਨਾਲ ਕਿਸ ਤਰ੍ਹਾਂ ਦਾ ਜਿਹੜਾ ਸਲੂਕ ਕੀਤਾ ਜਾ ਰਿਹਾ, ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾ ਰਿਹਾ। ਇਹ ਆંકੜੇ ਜਿਹੜੇ ਨੇ ਸਭ ਕੁਝ ਨਸ਼ਰ ਕਰਦੇ ਨੇ ਵੀ ਕਿਵੇਂ ਔਰਤਾਂ 'ਤੇ ਅਤਿਆਚਾਰ ਦੀ ਘਟਨਾਵਾਂ ਵੱਧਦੀਆਂ ਜਾ ਰਹੀਆਂ ਨੇ, ਅਤੇ ਇਹਨਾਂ 'ਤੇ ਨੱਥ ਪਾਉਣ 'ਚ ਜਿਹੜਾ ਹੈਗੇ ਸਾਡੀਆਂ ਸਰਕਾਰਾਂ ਸਾਡੇ ਪ੍ਰਸ਼ਾਸਨ ਜਿਹੜੇ ਨੇ ਕਾਮਯਾਬ ਨਹੀਂ ਹੋ ਪਾ ਰਹੇ। ਦੋਸਤੋ ਜੇ ਅੱਜ ਦੇ ਸਮੇਂ 'ਚ ਦੇਖੀਏ ਤਾਂ ਔਰਤਾਂ ਨਾਲ ਸੰਬੰਧਿਤ 2 ਤਰ੍ਹਾਂ ਦੀ ਮੁੱਖ ਘਟਨਾਵਾਂ ਆਪਾਂ ਦੇਖ ਸਕਦੇ ਹਾਂ। ਇੱਕ ਤਾਂ ਔਰਤਾਂ ਨਾਲ ਜਿਹੜਾ ਹੈਗਾ ਇਹ ਜਬਰ ਜਨਾਹ ਦੀ ਘਟਨਾਵਾਂ ਜਿਹੜੀ ਹੈਗੀਆਂ ਵੱਡੇ ਪੱਧਰ 'ਤੇ ਵਾਪਰ ਰਹੀਆਂ ਨੇ। ਉਸ ਤੋਂ ਬਾਅਦ ਗੱਲ ਕਰੀਏ ਤਾਂ ਔਰਤਾਂ ਨਾਲ ਧੱਕੇਸ਼ਾਹੀ ਦੀ, ਉਹਨਾਂ ਦੇ ਅਧਿਕਾਰਾਂ ਨੂੰ ਲੈ ਕੇ ਜਿਹੜਾ ਹੈਗਾ ਇਸ ਤਰ੍ਹਾਂ ਦੀ ਘਟਨਾਵਾਂ ਵੀ ਜਿਹੜਾ ਹੈਗਾ ਸਾਡੇ ਦੇਸ਼ 'ਚ ਵਾਪਰ ਰਹੀਆਂ ਨੇ ਜੋ ਕਿ ਬਹੁਤ ਮੰਦਭਾਗੀਆਂ ਨੇ। ਪਰ ਹਲੇ ਤੱਕ ਇਹ ਕਾਰਨ ਦਾ ਪਤਾ ਨਹੀਂ ਲਗਾਇਆ ਜਾ ਸਕਦਾ ਵੀ ਕਿ ਸਾਡੇ ਦੇਸ਼ 'ਚ ਜਬਰ ਜਨਾਹ ਦੀਆਂ ਘਟਨਾਵਾਂ ਵੱਧਦੀਆਂ ਕਿਉਂ ਜਾ ਰਹੀਆਂ ਨੇ, ਇਸ ਦੇ ਪਿੱਛੇ ਕੀ ਕਾਰਨ ਨੇ। ਜੇਕਰ ਗੱਲ ਕਰੀਏ ਕੋਈ ਕਤਲ ਦੀ, ਇਰਾਦਾ ਕਤਲ ਦੀ ਜਾਂ ਮਾਰਕੁੱਟ ਦੀਆਂ ਘਟਨਾਵਾਂ ਵਾਪਰਦੀਆਂ ਨੇ, ਚੋਰੀ ਚਕਾਰੀ ਦੀ ਘਟਨਾਵਾਂ ਵਾਪਰਦੀਆਂ ਨੇ, ਜਿਹੜਾ ਹੈਗਾ ਲੁੱਟ ਦੀਆਂ ਘਟਨਾਵਾਂ ਵਾਪਰਦੀਆਂ ਨੇ, ਇਹਨਾਂ ਘਟਨਾਵਾਂ ਦੇ ਪਿੱਛੇ ਜਿਹੜਾ ਹੈਗਾ ਕੋਈ ਨਾ ਕੋਈ ਰੀਜ਼ਨ ਜਿਹੜਾ ਹੈਗਾ ਜਾਂ ਕਾਰਨ ਪਤਾ ਲੱਗਦਾ ਵੀ ਕਿ ਕਤਲ ਜਾਂ ਮਾਰਕੁੱਟ ਦੀ ਘਟਨਾਵਾਂ ਗੱਲ ਕਰੀਏ ਵੀ ਕਿ ਉਹ ਕੋਈ ਪਰਿਵਾਰਕ ਕਲੇਸ਼ ਹੋ ਸਕਦਾ ਹੈ, ਕੋਈ ਰੰਜਿਸ਼ ਹੋ ਸਕਦੀ ਹੈ ਜਿਸ ਦੇ ਚੱਲਦੇ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਚੋਰੀ ਚਕਾਰੀ ਦੀ ਘਟਨਾਵਾਂ ਕਹਿ ਦਈਏ 100 ਤਰ੍ਹਾਂ ਦੇ ਕਾਰਨ ਹੁੰਦੇ ਨੇ। ਕੋਈ ਮਾੜੇ ਜਿਹੜੇ ਅਨਸਰ ਨੇ ਉਹਨਾਂ ਨੂੰ ਮਾੜੀ ਆਦਤਾਂ ਲੱਗ ਜਾਂਦੀਆਂ ਨੇ, ਉਹਨਾਂ ਨੂੰ ਪੂਰਾ ਕਰਨ ਲਈ ਜਿਹੜਾ ਅਜਿਹੀ ਚੋਰੀ ਚਕਾਰੀ ਦੀ ਘਟਨਾਵਾਂ ਨੂੰ ਜਿਹੜਾ ਅੰਜਾਮ ਦਿੰਦੇ ਨੇ। ਉਸ ਤੋਂ ਬਾਅਦ ਲੁੱਟ ਦੀਆਂ ਘਟਨਾਵਾਂ ਵੀ ਇਸੇ ਤਰ੍ਹਾਂ ਜਿਹੜੀਆਂ ਹੈਗੀਆਂ ਜੁੜੀਆਂ ਹੋਈਆਂ ਨੇ। ਪਰ ਗੱਲ ਕਰੀਏ ਜਿਹੜੀ ਆਪਾਂ ਕਰ ਰਹੇ ਸੀ ਜਬਰ ਜਨਾਹ ਦੀ ਵੀ ਕਿ ਅੱਜ ਤੱਕ ਸਾਡੀਆਂ ਸਰਕਾਰਾਂ ਇਹ ਨਹੀਂ ਪਤਾ ਲਗਾ ਸਕੀਆਂ ਕਿ ਸਾਡੇ ਦੇਸ਼ 'ਚ ਜਬਰ ਜਨਾਹ ਦੀਆਂ ਘਟਨਾਵਾਂ ਜਾਂ ਔਰਤਾਂ ਦੇ ਅਤਿਆਚਾਰ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਕਿਉਂ ਜਾ ਰਹੀਆਂ ਨੇ। ਇਸ ਦੇ ਪਿੱਛੇ ਕੀ ਕਾਰਨ ਨੇ, ਕੀ ਲੋਕਾਂ ਦੀ ਮਾਨਸਿਕਤਾ ਇਹੋ ਜਿਹੀ ਹੋ ਚੁੱਕੀ ਹੈ ਵੀ ਕਿ ਜਿਹੜੀ ਕਿ ਔਰਤਾਂ ਨੂੰ ਜਦੋਂ ਸਾਡੀਆਂ ਸਰਕਾਰਾਂ, ਸਾਡਾ ਸਮਾਜ ਬਰਾਬਰੀ ਦਾ ਅਧਿਕਾਰ ਦੇ ਰਹੀਆਂ ਨੇ, ਚਾਹੇ ਉਹ ਰੁਜ਼ਗਾਰ ਦਾ ਖੇਤਰ ਹੋਵੇ, ਚਾਹੇ ਰਾਜਨੀਤੀ ਦਾ ਖੇਤਰ ਹੋਵੇ ਜਾਂ ਹੋਰ ਵੱਖ-ਵੱਖ ਖੇਤਰ ਹੋਣ, ਔਰਤਾਂ ਨੂੰ ਜਿਹੜਾ ਹੈਗਾ ਮਰਦਾਂ ਦੇ ਬਰਾਬਰ ਇੱਕ ਸਥਾਨ ਦਿੱਤਾ ਜਾ ਰਿਹਾ ਹੈ। ਬਰਾਬਰ ਜਿਹੜੇ ਹੈਗੇ ਆ ਹਰ ਜਗ੍ਹਾ ਗਿਣਤੀ ਦਿੱਤੀ ਜਾ ਰਹੀ ਹੈ। ਚੋਣਾਂ ਦੇ ਵਿੱਚ ਬਰਾਬਰ ਚੋਣਾਂ ਲੜਨ ਦਾ ਅਧਿਕਾਰ ਦਿੱਤਾ ਜਾ ਰਿਹਾ। ਉਸ ਦੇ ਬਾਵਜੂਦ ਸਾਡੇ ਭਾਰਤ ਦੇਸ਼ ਦੇ ਵਿੱਚ ਅਜਿਹੀ ਘਟਨਾਵਾਂ ਔਰਤਾਂ ਨਾਲ ਵਾਪਰਨੀਆਂ ਬਹੁਤ ਮੰਦਭਾਗੀਆਂ ਨੇ। ਸਾਡੀਆਂ ਸਰਕਾਰਾਂ ਵੱਲੋਂ ਵੀ ਜਿਹੜਾ ਹੈਗਾ ਕੁਝ ਨਹੀਂ ਇਹਨਾਂ 'ਤੇ ਨੱਥ ਪਾਉਣ ਲਈ ਕੀਤਾ ਜਾ ਰਿਹਾ। ਗੱਲ ਕਰੀਏ ਤਾਂ ਪਿਛਲੇ ਸਮੇਂ ਦੇ ਵਿੱਚ ਕੁਝ ਔਰਤਾਂ ਨਾਲ ਬਹੁਤ ਹੀ ਦਰਦਨਾਕ ਘਟਨਾਵਾਂ ਵਾਪਰੀਆਂ, ਅਤੇ ਉਹਨਾਂ ਘਟਨਾਵਾਂ ਤੋਂ ਬਾਅਦ ਜਿਹੜਾ ਹੈਗਾ ਸਾਡੀਆਂ ਅਦਾਲਤਾਂ ਵੱਲੋਂ ਵੀ
ਕੇਂਦਰ ਸਰਕਾਰ ਵੱਲੋਂ ਵੀ ਜਿਹੜਾ ਇਹ ਕਾਨੂੰਨ ਦੇ ਵਿੱਚ ਸਖਤੀ ਜ਼ਰੂਰ ਕੀਤੀ ਗਈ ਹੈ। ਕਾਨੂੰਨ 'ਚ ਸਖਤੀ ਦੇ ਨਾਲ ਨਾਲ ਜਿਹੜਾ ਹੈਗਾ ਸਜ਼ਾਵਾਂ 'ਚ ਵਾਧਾ ਕੀਤਾ ਗਿਆ ਅਤੇ ਇਸ ਦੇ ਬਾਵਜੂਦ ਜਿਹੜਾ ਹੈਗਾ ਸਾਡੇ ਇਹ ਜਿਹੜੇ ਘਟਨਾਵਾਂ ਨੇ ਉਹ ਘਟਣ ਦਾ ਨਾਮ ਨਹੀਂ ਲੈ ਰਹੀਆਂ। ਅਤੇ ਇਸ ਦੇ ਨਾਲ ਹੀ ਲੋੜ ਇਹ ਵੀ ਹੈ, ਸਾਡੀਆਂ ਸਰਕਾਰਾਂ ਨੇ ਕਾਨੂੰਨ ਸਖਤ ਕਰਤਾ, ਸਜ਼ਾਵਾਂ 'ਚ ਵਾਧਾ ਕਰਤਾ, ਉੱਥੇ ਹੀ ਲੋਕਾਂ ਨੂੰ ਮਾਨਸਿਕ ਤੌਰ 'ਤੇ ਜਿਹੜਾ ਹੈਗਾ ਜਾਗਰੂਕ ਕਰਨ ਲਈ, ਇਹਨਾਂ ਚੀਜ਼ਾਂ ਤੋਂ ਦੂਰ ਰੱਖਣ ਲਈ ਜਿਹੜਾ ਹੈਗਾ ਕੋਈ ਵਿਸ਼ੇਸ਼ ਤੌਰ 'ਤੇ ਰਣਨੀਤੀ ਤਿਆਰ ਕਰਨ ਦੀ ਲੋੜ ਹੈ, ਤਾਂ ਜੋ ਸਾਡੇ ਦੇਸ਼ ਦੇ ਵਿੱਚ ਅਜਿਹੀ ਘਟਨਾਵਾਂ ਨੂੰ ਜਿਹੜਾ ਰੋਕਿਆ ਜਾ ਸਕੇ। ਉੱਥੇ ਹੀ ਲੋੜ ਇਹ ਵੀ ਪੈਂਦੀ ਹੈ, ਸਾਡੀ ਅਦਾਲਤਾਂ ਨੂੰ ਚਾਹੀਦਾ ਵੀ ਚਾਹੇ ਉਹ ਕਾਨੂੰਨ ਸਖਤ ਹੋਣ ਤੋਂ ਬਾਅਦ ਸਜ਼ਾਵਾਂ ਵੱਡੀਆਂ ਕਰ ਰਹੀਆਂ ਨੇ, ਪਰ ਫਾਸਟ ਟਰੈਕ ਕੋਰਟਾਂ ਵੀ ਬਣਾ ਦਿੱਤੀਆਂ ਗਈਆਂ ਨੇ ਵੀ ਕਿ ਇਹਨਾਂ ਜਿਹੜੀ ਘਟਨਾਵਾਂ ਨਾਲ ਸੰਬੰਧਿਤ ਕੇਸ ਨੇ ਉਹਨਾਂ ਨੂੰ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ ਅਤੇ ਨਿਪਟਾਰੇ 'ਚ ਜਿਹੜਾ ਹੈਗਾ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਆ ਹੋਰ ਦਿੱਤੀ ਜਾਵੇ। ਅਤੇ ਉਸ ਦੇ ਨਾਲ ਹੀ ਲੋੜ ਇਹ ਵੀ ਹੈ, ਸਾਡੀ ਸਮਾਜ ਸੇਵੀ ਜਥੇਬੰਦੀਆਂ, ਸਾਡਾ ਬੁੱਧੀਜੀਵੀ ਵਰਗ, ਸਾਡਾ ਸਾਹਿਤਕਾਰ ਵਰਗ, ਚਾਹੇ ਔਰਤਾਂ ਨਾਲ ਜਿਹੜੀ ਹੈਗੀ ਜੁੜੀ ਹੋਈ ਜਥੇਬੰਦੀਆਂ ਜਿੰਨੀਆਂ ਵੀ ਨੇ, ਉਹਨਾਂ ਨੂੰ ਅਜਿਹੀ ਘਟਨਾਵਾਂ ਦੇ ਵਿਰੁੱਧ ਜਿਹੜਾ ਹੈਗਾ ਇੱਕ ਮੁਹਿੰਮ ਚਲਾਉਣੀ ਚਾਹੀਦੀ ਹੈ, ਅੱਗੇ ਆਉਣਾ ਚਾਹੀਦਾ, ਤਾਂ ਜੋ ਇਹਨਾਂ ਘਟਨਾਵਾਂ ਨੂੰ ਲੈ ਕੇ ਸਮਾਜ ਨੂੰ ਜਾਗਰੂਕ ਕੀਤਾ ਜਾ ਸਕੇ, ਸਮਾਜ ਸੁਚੇਤ ਰਹਿ ਸਕੇ ਅਤੇ ਇਹਨਾਂ ਘਟਨਾਵਾਂ ਨੂੰ ਜਿਹੜਾ ਹੈਗਾ ਘਟਾਇਆ ਜਾ ਸਕੇ। ਉਸ ਦੇ ਨਾਲ ਹੀ ਗੱਲ ਕਰੀਏ ਸਾਡੇ ਪੁਲਿਸ ਪ੍ਰਸ਼ਾਸਨ ਦੀ, ਉਹਨਾਂ ਨੂੰ ਇਹਨਾਂ ਘਟਨਾਵਾਂ ਨੂੰ ਲੈ ਕੇ ਇੱਕ ਬਹੁਤ ਹੀ ਸੰਜੀਦਗੀ ਨਾਲ ਜਿਹੜਾ ਹੈਗਾ ਇੱਕ ਰਣਨੀਤੀ, ਇੱਕ ਪਲੈਨਿੰਗ ਤਿਆਰ ਜਿਹੜੀ ਹੈਗੀ ਹੈ ਕਰਨੀ ਚਾਹੀਦੀ ਹੈ। ਕਿਉਂਕਿ ਗੱਲ ਕਰੀਏ ਤਾਂ ਇਹਨਾਂ ਘਟਨਾਵਾਂ ਹੀ ਨਹੀਂ, ਔਰਤਾਂ ਨਾਲ ਸੰਬੰਧਿਤ ਕੋਈ ਵੀ ਜਿਹੜਾ ਹੈਗਾ ਮਾਮਲਾ ਹੋਵੇ, ਪਹਿਲਾਂ ਤਾਂ ਔਰਤਾਂ ਥਾਣੇ ਤੱਕ ਜਾਣ 'ਤੇ ਜਿਹੜਾ ਹੈਗਾ ਝਿਜਕ ਮਹਿਸੂਸ ਕਰਦੀਆਂ ਨੇ, ਡਰਦੀਆਂ ਨੇ, ਘਬਰਾਉਂਦੀਆਂ ਨੇ ਵੀ ਕਿ ਇੱਕ ਉਸਾ ਦੋਸਤਾਨਾ ਜਾਂ ਫਰੈਂਡਲੀ ਮਾਹੌਲ ਬਣਾਇਆ ਜਾਵੇ ਕਿ ਜੇਕਰ ਕਿਸੇ ਔਰਤ ਨਾਲ, ਲੜਕੀ ਨਾਲ ਕੋਈ ਅਜਿਹੀ ਘਟਨਾ ਵਾਪਰਦੀ ਹੈ, ਦਰਦਨਾਕ ਘਟਨਾ ਵਾਪਰਦੀ, ਤਾਂ ਉਹ ਥਾਣੇ ਦੇ ਵਿੱਚ ਆ ਕੇ ਬੇਝਿਜਕ ਹੋ ਕੇ ਜਿਹੜਾ ਹੈਗਾ ਆਪਣੀ ਸ਼ਿਕਾਇਤ ਦਰਜ ਕਰਾਵੇ ਅਤੇ ਦੋਸ਼ੀ ਖਿਲਾਫ ਕਾਰਵਾਈ ਦੀ ਮੰਗ ਕਰੇ। ਅਤੇ ਉਸ ਦੇ ਨਾਲ ਹੀ ਦੂਜੀ ਗੱਲ ਇਹ ਵੀ ਆਉਂਦੀ ਹੈ ਵੀ ਕਿ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਔਰਤਾਂ ਨੂੰ ਜਿਹੜਾ ਹੈਗਾ ਥਾਣਿਆਂ ਦੇ ਵਿੱਚ ਇੱਕ ਦੋਸਤਾਨਾ ਜਾਂ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਜਿਹੜਾ ਹੈਗਾ ਔਰਤਾਂ ਦੀ ਭਰਤੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਨੋ ਡਾਊਟ ਇਹ ਮੰਨਣ ਵਾਲੀ ਗੱਲ ਹੈ, ਪਰ ਉਸ ਦੇ ਬਾਵਜੂਦ ਜਿਹੜਾ ਹੈਗਾ ਅੱਜ ਵੀ ਭਾਰਤ ਦੇਸ਼ ਦੇ ਵਿੱਚ ਔਰਤਾਂ ਥਾਣੇ ਤੱਕ ਜਾਣ ਤੋਂ ਘਬਰਾਉਂਦੀਆਂ ਨੇ, ਝਿਜਕਦੀਆਂ ਨੇ। ਉਸ ਦੇ ਪਿੱਛੇ ਕਈ ਤਰ੍ਹਾਂ ਦੇ ਕਾਰਨ ਨੇ, ਕਿਉਂਕਿ ਉੱਥੇ ਪੁਲਿਸ ਦਾ ਰਵੱਈਆ ਜਾਂ ਵਤੀਰਾ ਅਜਿਹਾ ਰਹਿੰਦਾ ਵੀ ਕਿ ਉਹ ਔਰਤਾਂ ਅੱਗੇ ਜਿਹੜਾ ਹੈਗਾ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦਾ, ਇਸ ਕਰਕੇ ਔਰਤਾਂ ਦੇ ਮਨਾਂ 'ਚ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ। ਉੱਥੇ ਹੀ ਗੱਲ ਕਰੀਏ ਤਾਂ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਔਰਤਾਂ ਨਾਲ ਸੰਬੰਧਿਤ ਮਾਮਲਿਆਂ ਦੇ ਨਿਪਟਾਰੇ ਲਈ ਜਿਹੜਾ ਹੈਗਾ ਵੂਮੈਨ ਸੈੱਲ ਥਾਣੇ ਬਣਾਏ ਗਏ ਨੇ, ਜਿੱਥੇ ਕਿ ਔਰਤਾਂ ਨਾਲ ਸੰਬੰਧਿਤ ਸਾਰੇ ਮਾਮਲਿਆਂ ਦੀ ਸੁਣਵਾਈ ਹੁੰਦੀ ਹੈ। ਪਰ ਉਹਨਾਂ ਵੂਮੈਨ ਸੈੱਲ ਥਾਣਿਆਂ ਦੀ ਗੱਲ ਕਰੀਏ, ਉਹ ਥਾਣੇ ਵੀ ਜਿਹੜੇ ਨੇ ਔਰਤਾਂ ਨਾਲ ਸੰਬੰਧਿਤ ਸਾਰੇ ਮਾਮਲਿਆਂ ਦੀ ਸੁਣਵਾਈ ਨਹੀਂ ਕਰਦੇ। ਅੱਜ ਉਹ ਥਾਣੇ ਸਿਰਫ ਦਾਜ ਦਹੇਜ ਦੇ ਜਾਂ ਘਰੇਲੂ ਕਲੇਸ਼ 'ਤੇ ਜਿਹੜਾ ਹੈਗਾ ਮਾਮਲਿਆਂ ਦਾ ਨਿਪਟਾਰਾ ਕਰਨ ਤੱਕ ਹੀ ਸੀਮਿਤ ਰਹਿ ਗਏ ਨੇ। ਜਦੋਂ ਕਿ ਗੱਲ ਕਰੀਏ ਅਜਿਹੀ ਦਰਦਨਾਕ ਜਾਂ ਭਿਆਨਕ ਘਟਨਾਵਾਂ ਦੀ, ਤਾਂ ਉਹ ਥਾਣੇ ਵੀ ਜਿਹੜਾ ਨੇ ਅਜਿਹੀ ਘਟਨਾਵਾਂ 'ਤੇ ਕਾਰਵਾਈ ਕਰਨ ਦੀ ਥਾਂ ਉਹ ਇਲਾਕੇ ਨਾਲ ਸੰਬੰਧਿਤ ਥਾਣੇ ਦੇ ਵਿੱਚ ਹੀ ਭੇਜਣਾ ਤਰਜੀਹ ਦਿੰਦੇ ਨੇ ਵੀ ਕਿ ਤੁਸੀਂ ਆਪਣੇ ਸੰਬੰਧਿਤ ਇਲਾਕੇ ਦੇ ਜਿਹੜਾ ਹੈਗਾ ਥਾਣਾ ਹੈ ਉੱਥੇ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾਓ ਅਤੇ ਉੱਥੇ ਉਹ ਕਾਰਵਾਈ ਕਰਵਾਓ। ਇਹ ਵੀ ਇੱਕ ਵੱਡਾ ਸਵਾਲ ਹੈ ਵੀ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਦੇਸ਼ ਭਰ ਦੇ ਵਿੱਚ ਵੂਮੈਨ ਸੈੱਲ ਥਾਣੇ ਇਸੇ ਲਈ ਬਣਾਏ ਗਏ ਨੇ ਤਾਂ ਜੋ ਉੱਥੇ ਔਰਤਾਂ ਨਾਲ ਸੰਬੰਧਿਤ ਮਾਮਲਿਆਂ ਦੀ ਸੁਣਵਾਈ ਹੋ ਸਕੇ ਅਤੇ ਉਹਨਾਂ ਨਾਲ ਜਿਹੜਾ ਸੰਬੰਧਿਤ ਜਿੰਨੇ ਵੀ ਕੇਸ ਨੇ ਉੱਥੇ ਹੀ ਨਿਪਟਾਰਾ ਕੀਤਾ ਜਾਵੇ। ਪਰ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਹੈਗਾ ਇਹ ਵੂਮੈਨ ਸੈੱਲ ਥਾਣੇ ਤਾਂ ਬਣਾ ਲਿੱਤੇ ਗਏ, ਪਰ ਹਾਲੇ ਵੀ ਕਾਰਵਾਈ ਪੁਰਾਣੇ ਢੰਗ ਤਰੀਕੇ ਨਾਲ ਹੋ ਰਹੀ ਹੈ। ਇਸ ਲਈ ਲੋੜ ਇਹੀ ਹੈ, ਜੋ ਸਾਡੇ ਸਮਾਜ ਦੇ ਵਿੱਚ ਮੌਜੂਦਾ ਸਮੇਂ ਔਰਤਾਂ 'ਤੇ ਅਤਿਆਚਾਰ ਵੱਧਦਾ ਜਾ ਰਿਹਾ, ਜਬਰ ਜਨਾਹ ਦੀਆਂ ਘਟਨਾਵਾਂ ਵੱਧ ਰਹੀਆਂ ਨੇ, ਉੱਥੇ ਸਾਡੇ ਪੁਲਿਸ ਪ੍ਰਸ਼ਾਸਨ ਨੂੰ, ਸਾਡੀਆਂ ਸਰਕਾਰਾਂ ਨੂੰ, ਅਦਾਲਤਾਂ ਨੂੰ ਇੱਕ ਬੈਠ ਕੇ ਇੱਕ ਗੱਲਬਾਤ, ਇੱਕ ਵਿਚਾਰ ਚਰਚਾ ਦੀ ਲੋੜ ਹੈ ਅਤੇ ਇਸ ਦਾ ਕੋਈ ਠੋਸ ਹੱਲ ਕੱਢਣ ਦੀ ਲੋੜ ਹੈ, ਤਾਂ ਜੋ ਅੱਜ ਜਦੋਂ ਸਾਡਾ ਦੇਸ਼ 21ਵੀਂ ਸਦੀ 'ਚ ਹੈ, 24 ਘੰਟੇ ਜਿਹੜਾ ਹੈਗਾ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਗਏ ਨੇ ਅਤੇ 24 ਘੰਟੇ ਜਿਹੜਾ ਹੈਗਾ ਲੜਕੇ ਲੜਕੀਆਂ ਕੰਮ ਕਰਨ ਲਈ ਘਰੋਂ ਬਾਹਰ ਨਿਕਲ ਰਹੇ ਨੇ, ਉਹਨਾਂ ਨੂੰ ਉਸ ਤਰ੍ਹਾਂ ਦਾ ਜਿਹੜਾ ਹੈਗਾ ਇੱਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ। ਇਸ ਲਈ ਜਿਹੜਾ ਹੈਗਾ ਇੱਕ ਠੋਸ ਰਣਨੀਤੀ ਦੀ ਜਿਹੜਾ ਹੈਗਾ ਲੋੜ ਹੈ, ਜਾਂ ਠੋਸ ਪ੍ਰਬੰਧ ਜਿਹੜੇ ਨੇ ਉਹ ਮੁਹੱਈਆ ਕਰਵਾਉਣ ਦੀ ਲੋੜ ਹੈ। ਇਸ ਲਈ ਸਾਡੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰਾਂ ਨੂੰ ਚਾਹੀਦਾ ਇਸ ਵੱਲ ਧਿਆਨ ਦੇਣ। ਹੋਰ ਨਹੀਂ ਤਾਂ NCRB ਦਾ ਜਿਹੜਾ ਇਹ ਆંકੜਾ ਇਸੇ 'ਤੇ ਦੇਖ ਲੈਣ ਕਿਵੇਂ ਦੇਸ਼ ਦੇ ਵਿੱਚ ਔਰਤਾਂ ਨਾਲ ਜਬਰ ਜਨਾਹ ਜਾਂ ਹੋਰ ਜਿਹੜੀ ਨੇ ਘਟਨਾਵਾਂ ਉਹ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ, ਅਤੇ ਉਹ ਇਹਨਾਂ ਆંકੜਿਆਂ ਨੂੰ ਦੇਖਦੇ ਹੋਏ ਕੋਈ ਰਣਨੀਤੀ, ਕੋਈ ਵਿਊਤਬੰਦੀ ਤਿਆਰ ਕਰਨ ਤਾਂ ਜੋ ਸਾਡੇ ਦੇਸ਼ ਦੇ ਵਿੱਚ ਔਰਤਾਂ ਇੱਕ ਸੁਰੱਖਿਅਤ ਮਾਹੌਲ ਮਹਿਸੂਸ ਕਰ ਸਕਣ, ਉਹ ਬੇਝਿਜਕ ਹੋ ਕੇ ਆਪਣੀ ਸ਼ਿਕਾਇਤ ਜਿਹੜੀ ਆ ਉਹ ਥਾਣੇ ਜਾ ਕੇ ਦਰਜ ਕਰਵਾ ਸਕਣ। ਇਸ ਲਈ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਅਤੇ ਸਾਡੀਆਂ ਸਰਕਾਰਾਂ ਨੂੰ ਸੋਚਣ ਦੀ ਲੋੜ ਹੈ। ਦੇਖਣਾ ਇਹੀ ਹੋਵੇਗਾ ਵੀ ਪੁਲਿਸ ਪ੍ਰਸ਼ਾਸਨ ਜਾਂ ਸਾਡੀਆਂ ਸਰਕਾਰਾਂ ਕਦੋਂ ਜਾਗਦੀਆਂ ਨੇ, ਕਦੋਂ ਇਸ ਵੱਲ ਸੋਚਦੀਆਂ ਨੇ,
ਤਾਂ ਜੋ ਸਾਡੀ ਜਿਹੜੀ ਧੀਆਂ ਭੈਣਾਂ ਔਰਤਾਂ ਜਿਹੜੀਆਂ ਹੈਗੀਆਂ ਨੇ ਉਹ ਬਿਨਾਂ ਕਿਸੇ ਡਰ ਤੋਂ ਘਰੋਂ ਬਾਹਰ ਨਿਕਲ ਸਕਣਗੀਆਂ। ਇਹ ਦੇਖਣਾ ਹੋਵੇਗਾ ਸਰਕਾਰਾਂ ਕਦੋਂ ਅਜਿਹਾ ਮਾਹੌਲ ਬਣਾਉਂਦੀਆਂ ਨੇ। ਪਰ ਪੰਜਾਬੀ ਟ੍ਰਿਬਿਊਨ ਲਗਾਤਾਰ ਅਜਿਹੇ ਜਨਤਕ ਮੁੱਦਿਆਂ ਨੂੰ ਤੁਹਾਡੇ ਤੱਕ ਲਿਆਂਦਾ ਰਹੇਗਾ, ਤੁਹਾਡੇ ਸਾਹਮਣੇ ਪੇਸ਼ ਕਰਦਾ ਰਹੇਗਾ, ਤਾਂ ਜੋ ਸਮਾਜ ਦੇ ਵਿੱਚ ਇੱਕ ਸੁਰੱਖਿਅਤ ਜਿਹੜਾ ਮਾਹੌਲ ਹੈ ਮੁਹੱਈਆ ਕਰਵਾਇਆ ਜਾ ਸਕੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।